ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਅਧਿਐਨ ਕਰਾਂਗੇ ਕਿ ਭਾਰਤੀ ਨਾਗਰਿਕਾਂ ਦੇ ਮੌਲਿਕ ਕਰਤੱਵ ਕਿਹੜੇ-ਕਿਹੜੇ ਹਨ। ਇਹਨਾਂ ਮੌਲਿਕ ਕਰਤੱਵਾਂ ਦਾ ਇਤਿਹਾਸਕ ਪਿਛੋਕੜ ਕੀ ਹੈ, ਇਹਨਾਂ ਦੀ ਮਹੱਤਤਾ ਕੀ ਹੈ। ਭਾਰਤੀ ਨਾਗਰਿਕਾਂ ਦੇ ਮੌਲਿਕ ਕਰਤੱਵ ਸਾਡੇ ਸੰਵਿਧਾਨ ਦੇ ਭਾਗ 4A ਵਿੱਚ ਹਨ। ਇਸ ਸਮੇਂ ਤੁਸੀਂ ਬਹੁਤੇ ਤੁਹਾਡੇ ਚੋਂ ਜਾਣਦੇ ਹੋਣਗੇ ਕਿ ਸਾਡਾ ਜਿਹੜਾ ਮੌਲਿਕ ਸੰਵਿਧਾਨ ਹੈ, ਓਰੀਜਨਲ ਸੰਵਿਧਾਨ ਸੀ ਸਾਡਾ ਜਿਹੜਾ, ਉਸ ਦੇ ਵਿੱਚ ਕੋਈ ਮੌਲਿਕ ਕਰਤੱਵ ਨਹੀਂ ਸੀ। ਉਸ ਦੇ ਵਿੱਚ ਮੌਲਿਕ ਅਧਿਕਾਰ ਸੀ, ਉਸ ਦੇ ਵਿੱਚ ਨਿਰਦੇਸ਼ਕ ਸਿਧਾਂਤ ਸੀ, ਪਰੰਤੂ ਕੋਈ ਮੌਲਿਕ ਕਰਤੱਵ ਨਹੀਂ ਸੀ। ਫਿਰ 1976 ਦੇ ਵਿੱਚ ਇੱਕ ਕਮੇਟੀ ਬਣਦੀ ਹੈ ਜਿਸ ਨੂੰ ਸੰਵਿਧਾਨਕ ਸੁਧਾਰਾਂ ਤੇ ਸਵਰਨ ਸਿੰਘ ਕਮੇਟੀ ਕਿਹਾ ਜਾਂਦਾ ਹੈ। ਇਸ ਕਮੇਟੀ ਦੇ ਪ੍ਰਧਾਨ ਨੇ ਜਿਹੜੇ ਉਹ ਸੀ ਸਰਦਾਰ ਸਵਰਨ ਸਿੰਘ, ਜਿਹੜੇ ਉਸ ਸਮੇਂ ਭਾਰਤ ਦੇ ਰੱਖਿਆ ਮੰਤਰੀ ਸੀ। ਇਸ ਕਮੇਟੀ ਦਾ ਜਿਹੜਾ ਇਸ ਨੂੰ ਨਿਸ਼ਾਨਾ ਦਿੱਤਾ ਗਿਆ ਸੀ ਉਹ ਸੀ ਕਿ ਸੰਵਿਧਾਨ ਦੇ ਵਿੱਚ ਜਿਹੜੇ ਸੁਧਾਰ ਕੀਤੇ ਜਾਣ ਦਾ ਪ੍ਰਪੋਜ਼ਲ ਸੀ ਉਸ ਸਮੇਂ ਸਰਕਾਰ ਦਾ, ਉਹਦੇ ਵਿੱਚ ਕਿਹੜੇ-ਕਿਹੜੇ ਪਹਿਲੂ ਨੇ ਜਿਹੜੇ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ। ਇਹ ਸੰਵਿਧਾਨਕ ਸੁਧਾਰਾਂ ਤੇ ਜਿਹੜੀ ਕਮੇਟੀ ਬਣਦੀ ਹੈ ਇਸ ਦੇ ਵਿੱਚ ਕੁੱਲ 12 ਮੈਂਬਰ ਸੀ ਤੇ ਇਸ ਦੇ ਚੇਅਰਮੈਨ ਅਸੀਂ ਡਿਸਕਸ ਕਰ ਚੁੱਕੇ ਹਾਂ ਕਿ ਸਰਦਾਰ ਸਵਰਨ ਸਿੰਘ ਰੱਖਿਆ ਮੰਤਰੀ ਭਾਰਤ ਸਰਕਾਰ ਸੀ। ਸਾਨੂੰ ਇੱਥੇ ਇਹਨਾਂ 12 ਮੈਂਬਰਾਂ ਦੇ ਨਾਮ ਯਾਦ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਹ ਇੱਥੇ ਸਿਰਫ ਅਸੀਂ ਇਸ ਲਈ ਸ਼ੋਅ ਕੀਤੇ ਨੇ, ਇਸ ਨੂੰ ਵੈਸੇ ਸਵਰਨ ਸਿੰਘ ਕਮੇਟੀ ਹੀ ਕਿਹਾ ਜਾਂਦਾ ਹੈ। ਇਹ ਸਿਰਫ ਇਸ ਲਈ ਸਾਰੇ ਮੈਂਬਰਾਂ ਦੇ ਨਾਮ ਸ਼ੋਅ ਅਸੀਂ ਕੀਤੇ ਨੇ ਕਿਉਂਕਿ ਜਿਹੜੀ ਚੀਜ਼ ਅਸੀਂ ਇੱਕ ਵਾਰੀ ਆਪਣੀ ਨਜ਼ਰ ਥਾਈਂ ਵੇਖ ਲੈਂਦੇ ਹਾਂ ਉਹ ਸਾਨੂੰ ਚੇਤੇ ਰੱਖਣੀ ਆਸਾਨ ਹੋ ਜਾਂਦੀ ਹੈ। ਅਦਰਵਾਈਜ਼ ਕਿਸੇ ਵੀ ਲੈਵਲ ਦੇ ਕੁਐਸਚਨ ਪੇਪਰ ਦੇ ਵਿੱਚ, ਕਿਸੇ ਵੀ ਲੈਵਲ ਦੇ ਕੰਪੀਟੀਸ਼ਨ ਦੇ ਵਿੱਚ ਇਹਨਾਂ 12 ਮੈਂਬਰਾਂ ਦੇ ਨਾਮ ਨਹੀਂ ਪੁੱਛੇ ਜਾਂਦੇ ਨੇ। ਇਸ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ 8 ਮੌਲਿਕ ਕਰਤੱਵ ਨਿਸ਼ਚਿਤ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਸੀ ਕਿ ਸਪੈਸੀਫਾਈ ਕੀਤੇ ਸੀ ਕਿ ਆਹ ਜਿਹੜੇ ਕਰਤੱਵ ਨੇ ਉਹ ਨਾਗਰਿਕਾਂ ਦੇ ਮੌਲਿਕ ਕਰਤੱਵਾਂ ਦੇ ਤੌਰ 'ਤੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ। ਫਿਰ ਇਸ ਕਮੇਟੀ ਨੇ ਜੋ ਸਿਫਾਰਿਸ਼ ਕੀਤੀ ਸੀ ਉਸ 'ਤੇ ਸਰਕਾਰ ਨੇ ਵਿਚਾਰ ਵਟਾਂਦਰਾ ਕੀਤਾ, ਜਨਤਕ ਵਿਚਾਰ ਵਟਾਂਦਰਾ ਕੀਤਾ ਅਤੇ ਉਸ ਤੋਂ ਬਾਅਦ ਇੱਕ 42ਵੀਂ ਸੰਵਿਧਾਨਕ ਸੋਧ ਹੁੰਦੀ ਹੈ ਸਾਡੇ ਸੰਵਿਧਾਨ ਦੇ ਵਿੱਚ, ਜਿਹੜੀ ਸਾਡੇ ਸੰਵਿਧਾਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸੋਧ ਹੈ। ਮਿਨੀ ਕੌਂਸਟੀਟਿਊਸ਼ਨ ਆਫ ਇੰਡੀਆ ਵੀ ਇਸ ਨੂੰ ਕਿਹਾ ਜਾਂਦਾ ਹੈ। ਇਸ ਨੇ ਸੰਵਿਧਾਨ ਦੇ ਵਿੱਚ ਹੋਰ ਸੋਧਾਂ ਦੇ ਨਾਲ ਭਾਗ 4A ਆਰਟੀਕਲ 51A ਸ਼ਾਮਲ ਕੀਤਾ। ਆਰਟੀਕਲ 51A ਹੈ ਜਿਹੜਾ ਉਹ ਭਾਗ 4A ਦੇ ਵਿੱਚ ਹੈ, ਇਹ ਸ਼ਾਮਲ ਕੀਤਾ। ਇਸ ਭਾਗ ਦੇ ਵਿੱਚ ਨਾਗਰਿਕਾਂ ਦੇ ਮੌਲਿਕ ਕਰਤੱਵ ਨੇ ਜਿਹੜੇ ਸ਼ਾਮਲ ਕੀਤੇ ਨੇ। ਇਸ ਤੋਂ ਬਾਅਦ 2002 ਦੇ ਵਿੱਚ 86ਵੀਂ ਸੰਵਿਧਾਨਕ ਸੋਧ ਹੁੰਦੀ ਹੈ ਸਾਡੇ ਸੰਵਿਧਾਨ ਦੇ ਵਿੱਚ, ਜਿਹਨੇ ਰਾਈਟ ਟੂ ਐਜੂਕੇਸ਼ਨ ਨੂੰ ਸਾਡਾ ਇੱਕ ਮੌਲਿਕ ਅਧਿਕਾਰ ਬਣਾਇਆ। ਮੌਲਿਕ ਅਧਿਕਾਰ ਦੇ ਨਾਲ ਮੌਲਿਕ ਕਰਤੱਵਾਂ ਦੇ ਚੈਪਟਰ ਦੇ ਵਿੱਚ ਵੀ ਸੋਧ ਕੀਤੀ ਗਈ ਅਤੇ 11ਵੇਂ ਕਰਤੱਵ ਦੇ ਤੌਰ 'ਤੇ ਐਜੂਕੇਸ਼ਨ ਬੱਚਿਆਂ ਨੂੰ ਪ੍ਰੋਵਾਈਡ ਕਰਨ ਦਾ ਪੇਰੈਂਟਸ ਦਾ, ਗਾਰਡੀਅਨ ਦਾ ਇੱਕ ਕਰਤੱਵ ਨਿਸ਼ਚਿਤ ਕੀਤਾ ਗਿਆ ਕਿ ਜਿਸ ਵਿਅਕਤੀ ਦੇ ਕੋਲ ਵੀ, ਜਿਸ ਵਿਅਕਤੀ ਦੀ ਕਸਟਡੀ ਦੇ ਵਿੱਚ ਬੱਚੇ ਰਹਿੰਦੇ ਨੇ 8 ਤੋਂ ਲੈ ਕੇ 14 ਸਾਲ ਤੱਕ ਦੇ, ਉਹਨਾਂ ਨੂੰ ਐਜੂਕੇਸ਼ਨ ਦਿਵਾਉਣੀ ਉਸ ਵਿਅਕਤੀ ਦੀ ਜ਼ਿੰਮੇਵਾਰੀ ਹੋਵੇਗੀ। ਥੋੜ੍ਹਾ ਜਿਹੜੇ ਇਸ ਦੇ ਨਾਮ ਨੇ ਸਾਨੂੰ ਕਨਫਿਊਜ਼ ਕਰਦੇ ਹਨ ਇਸ ਭਾਗ ਦੇ ਔਰ ਇਸ ਆਰਟੀਕਲ ਦੇ। ਇਸ ਦੇ ਆਲੇ ਦੁਆਲੇ ਕੀ ਹੈ ਉਸ ਨੂੰ ਦੇਖਣ ਦੇ ਨਾਲ ਸਾਨੂੰ ਸਥਿਤੀ ਕਲੀਅਰ ਹੋਵੇਗੀ। ਜਿਹੜਾ ਸਾਡੇ ਸੰਵਿਧਾਨ ਦਾ ਚੌਥਾ ਭਾਗ ਹੈ, ਇਸ ਚੌਥੇ ਭਾਗ ਦੇ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਹਨ ਜਿਹੜੇ ਦੱਸਦੇ ਹਨ, ਰਾਜ ਨੂੰ ਨਿਰਦੇਸ਼ ਦਿੰਦੇ ਹਨ, ਸਲਾਹ ਦਿੰਦੇ ਹਨ ਕਿ ਰਾਜ ਨੂੰ ਕਿਸ ਤਰ੍ਹਾਂ ਦੀਆਂ ਆਪਣੀਆਂ ਪਾਲਿਸੀਜ਼ ਬਣਾਉਣੀਆਂ ਚਾਹੀਦੀਆਂ ਹਨ, ਕੀ ਧਿਆਨ ਰੱਖਣਾ ਚਾਹੀਦਾ ਹੈ ਪਾਲਿਸੀਜ਼ ਫਰੇਮ ਕਰਨ ਵੇਲੇ। 5ਵੇਂ ਭਾਗ ਦੇ ਵਿੱਚ ਸੰਘ ਸਰਕਾਰ ਦੀਆਂ ਸਾਰੀਆਂ ਸੰਸਥਾਵਾਂ ਜਿਵੇਂ ਕਿ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਉਸ ਦੀ ਕੈਬਨਿਟ, ਪਾਰਲੀਮੈਂਟ, ਸੁਪਰੀਮ ਕੋਰਟ, ਕੰਪਟਰੋਲਰ ਐਂਡ ਆਡੀਟਰ ਜਨਰਲ 5ਵੇਂ ਭਾਗ ਦੇ ਵਿੱਚ ਇਹ ਦਿੱਤੇ ਗਏ ਹਨ। ਇਸ ਤੋਂ ਬਾਅਦ ਇਹਨਾਂ ਦੋਹਾਂ ਦੇ ਵਿਚਾਲੇ ਇੱਕ ਨਵਾਂ ਭਾਗ ਸ਼ਾਮਲ ਕੀਤਾ ਗਿਆ ਜਿਸ ਨੂੰ ਭਾਗ 4A ਕਿਹਾ ਜਾਂਦਾ ਹੈ ਕਿਉਂਕਿ ਇਹ ਭਾਗ 4 ਵੀ ਪਹਿਲਾਂ ਹੀ ਸੰਵਿਧਾਨ 'ਚ ਹੈਗਾ ਸੀ, ਭਾਗ 5 ਵੀ ਹੈਗਾ ਸੀ, ਇਸ ਲਈ ਇਸ ਨੂੰ ਨਵਾਂ ਨਾਮ ਦਿੱਤਾ ਭਾਗ 4A। ਅਤੇ ਜਿਹੜਾ ਨਵਾਂ ਆਰਟੀਕਲ ਸ਼ਾਮਲ ਕੀਤਾ ਉਸ ਨੂੰ ਇੱਕ ਨਵਾਂ ਨਾਮ ਦਿੱਤਾ ਆਰਟੀਕਲ 51A। ਇੱਥੋਂ ਸਾਨੂੰ ਜਿਹੜੀ ਇਹ ABC ਦੀ ਕਨਫਿਊਜ਼ਨ ਹੈ ਮੈਨੂੰ ਲੱਗਦਾ ਉਹ ਥੋੜ੍ਹੀ ਜਿਹੀ ਦੂਰ ਹੋ ਜਾਵੇਗੀ ਕਿ ਕਿਵੇਂ ਇਹ ਭਾਗ ਦੋ ਪਹਿਲਾਂ ਤੋਂ ਹੀ ਐਗਜ਼ਿਸਟਿੰਗ ਭਾਗਾਂ ਦੇ ਵਿਚਕਾਰ ਸ਼ਾਮਲ ਕੀਤਾ ਗਿਆ। ਇਹ ਜਿਹੜਾ ਸਾਡਾ ਲੈਕਚਰ ਹੈ ਇਸ ਦੇ ਮੁੱਖ ਪਹਿਲੂ ਰਹਿਣਗੇ ਸਾਡੇ ਸੰਵਿਧਾਨ ਦੇ ਵਿੱਚ ਜਿਹੜੇ ਮੌਲਿਕ ਕਰਤੱਵ ਹਨ ਉਹ ਕਿਹੜੇ-ਕਿਹੜੇ ਹਨ।
ਮੌਲਿਕ ਕਰਤੱਵਾਂ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤੇ ਜਾਣ ਦੀ ਕਿਹੜੇ-ਕਿਹੜੇ ਪੱਖਾਂ ਤੋਂ ਆਲੋਚਨਾ ਕੀਤੀ ਜਾਂਦੀ ਹੈ, ਇਸ ਦਾ ਆਲੋਚਨਾਤਮਕ ਵਿਆਖਿਆ ਵੀ ਆਪਾਂ ਕਰਾਂਗੇ। ਮੌਲਿਕ ਕਰਤੱਵਾਂ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤੇ ਜਾਣ ਦੀ ਮਹੱਤਤਾ ਕੀ ਹੈ, ਇਸ ਦੀ ਮਹੱਤਤਾ ਬਾਰੇ ਵੀ ਚਰਚਾ ਹੁੰਦੀ ਰਹਿੰਦੀ ਹੈ। ਤੇ ਅਖੀਰ ਦੇ ਵਿੱਚ ਅਸੀਂ ਮੌਲਿਕ ਕਰਤੱਵਾਂ ਦੇ ਪੂਰੇ ਚੈਪਟਰ ਦਾ, ਪੂਰੇ ਭਾਗ ਦਾ ਅਸੀਂ ਵਿਸ਼ਲੇਸ਼ਣ ਕਰਾਂਗੇ। ਸਾਡਾ ਸਭ ਤੋਂ ਪਹਿਲਾ ਮੌਲਿਕ ਕਰਤੱਵ ਹੈ ਸੰਵਿਧਾਨ ਦਾ ਪਾਲਣ ਕਰਨਾ ਅਤੇ ਇਸ ਦੇ ਆਦਰਸ਼ਾਂ, ਸੰਸਥਾਵਾਂ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਸਤਿਕਾਰ ਕਰਨਾ। ਸੰਵਿਧਾਨ ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਦਾ ਸਰਵਉੱਚ ਕਾਨੂੰਨ ਹੈ। ਇਹ ਸਾਡੀਆਂ ਉਮੀਦਾਂ, ਸਾਡੀਆਂ ਉਮੰਗਾਂ, ਸਾਡੇ ਉਦੇਸ਼ ਨੇ ਜਿਹੜੇ ਇਸ ਦੇ ਵਿੱਚ ਇਨਕੋਰਪੋਰੇਟ ਕੀਤੇ ਹੋਏ ਹਨ। ਸੰਵਿਧਾਨ ਤੈਅ ਕਰਦਾ ਹੈ ਕਿ ਨਾਗਰਿਕਾਂ ਦੇ ਸੰਬੰਧ ਸਰਕਾਰ ਦੇ ਨਾਲ ਕਿਸ ਤਰ੍ਹਾਂ ਦੇ ਹੋਣਗੇ, ਨਾਗਰਿਕਾਂ ਦੇ ਮੌਲਿਕ ਅਧਿਕਾਰ ਕੀ ਹੋਣਗੇ, ਨਾਗਰਿਕਾਂ 'ਤੇ ਕਿਹੜੀਆਂ ਪਾਬੰਦੀਆਂ ਸਰਕਾਰ ਕਦੋਂ ਲਾ ਸਕਦੀ ਹੈ। ਇਹਨਾਂ ਸਾਰੇ ਉਦੇਸ਼ਾਂ ਦੀ ਜਿਹੜੀ ਪ੍ਰਾਪਤੀ ਹੈ ਸੰਵਿਧਾਨ ਦਾ ਪਾਲਣ ਕਰਕੇ ਹੀ ਕੀਤੀ ਜਾ ਸਕਦੀ ਹੈ। ਇਹ ਜਿਹੜਾ ਸਾਡਾ ਸੰਵਿਧਾਨ ਦਾ ਪਾਲਣ ਕਰਨ ਦਾ ਕਰਤੱਵ ਹੈ, ਇਹ ਆਰਟੀਕਲ 51A ਦੀ ਕਲਾਸ A ਦੇ ਵਿੱਚ ਹੈ। ਇਹ ਸਾਨੂੰ ਇੰਨੀ ਡਿਟੇਲ ਤਾਂ ਯਾਦ ਕਰਨ ਦੀ ਜ਼ਰੂਰਤ ਹੈ ਜੇ ਅਸੀਂ ਕਿਸੇ ਓਬਜੈਕਟਿਵ ਟਾਈਪ ਕੁਐਸਚਨ ਪੇਪਰ ਨੂੰ ਅਟੈਂਪਟ ਕਰਨਾ ਹੈ, ਕਿਸੇ ਕੰਪੀਟੀਸ਼ਨ ਦੇ ਵਿੱਚ ਪਾਰਟੀਕੂਲਰਲੀ ਜੇ ਅਸੀਂ ਅਪੀਅਰ ਹੋਣਾ ਹੈ ਤਾਂ ਸਾਨੂੰ ਹਰੇਕ ਪੁਆਇੰਟ ਦੀ ਜ਼ਰੂਰਤ ਪੈਂਦੀ ਹੈ। ਅਦਰਵਾਈਜ਼ ਸਾਡੇ ਲਈ ਇਹੀ ਬਹੁਤ ਹੈ ਕਿ ਇਹ ਸੰਵਿਧਾਨ ਦੇ ਚੌਥੇ ਭਾਗ 4A ਭਾਗ ਵਿੱਚ ਹਨ, ਆਰਟੀਕਲ 51A ਦੇ ਵਿੱਚ ਹਨ ਅਤੇ ਸਰਦਾਰ ਸਵਰਨ ਸਿੰਘ ਕਮੇਟੀ ਦੀਆਂ ਸਿਫਾਰਿਸ਼ਾਂ 'ਤੇ ਇਹਨਾਂ ਨੂੰ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹਦੇ ਵਿੱਚ ਸੰਵਿਧਾਨ ਦੇ ਆਦਰਸ਼ਾਂ, ਸੰਵਿਧਾਨ ਦੀਆਂ ਸੰਸਥਾਵਾਂ, ਰਾਸ਼ਟਰੀ ਝੰਡੇ, ਰਾਸ਼ਟਰੀ ਗੀਤ ਦੀ ਗੱਲ ਕੀਤੀ ਗਈ ਹੈ। ਸੰਵਿਧਾਨ ਦੇ ਆਦਰਸ਼ ਕੀ ਹਨ? ਸੰਵਿਧਾਨ ਦੇ ਆਦਰਸ਼ ਸਾਨੂੰ ਸੰਵਿਧਾਨ ਦੀਆਂ ਵੱਖੋ ਵੱਖਰੀਆਂ ਵਿਵਸਥਾਵਾਂ ਦੇ ਵਿੱਚੋਂ ਮਿਲਦੇ ਹਨ, ਪ੍ਰਸਤਾਵਨਾ ਵਿੱਚੋਂ ਮਿਲਦੇ ਹਨ। ਧਰਮ ਨਿਰਪੱਖਤਾ, ਲੋਕਤੰਤਰ, ਨਿਆਂ, ਸਮਾਨਤਾ, ਸੁਤੰਤਰਤਾ, ਭਾਈਚਾਰਾ, ਇਹ ਸਾਰੇ ਸੰਵਿਧਾਨ ਦੇ ਜਿਹੜੇ ਆਦਰਸ਼ ਹਨ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਹੀ ਦਰਜ ਹਨ, ਜਿਨ੍ਹਾਂ ਦੀ ਪ੍ਰਾਪਤੀ ਬਾਰੇ ਸਾਡਾ ਸਾਰਿਆਂ ਦਾ ਇੱਕ ਕਰਤੱਵ ਨਿਸ਼ਚਿਤ ਕੀਤਾ ਗਿਆ ਹੈ ਕਿ ਅਸੀਂ ਕਾਰਜ ਕਰੀਏ। ਸੰਵਿਧਾਨ ਦੀਆਂ ਸੰਸਥਾਵਾਂ, ਅਨੇਕਾਂ ਸੰਸਥਾਵਾਂ ਸੰਵਿਧਾਨ ਨੇ ਕ੍ਰੀਏਟ ਕੀਤੀਆਂ ਹਨ, ਜਿਨ੍ਹਾਂ ਦੇ ਵਿੱਚੋਂ ਕੁਝ ਦੇ ਨਾਮ ਅਸੀਂ ਇੱਥੇ ਲੈ ਸਕਦੇ ਹਾਂ, ਜਿਵੇਂ ਕਿ ਸੁਪਰੀਮ ਕੋਰਟ, ਸਾਡੀ ਪਾਰਲੀਮੈਂਟ, ਸਾਡਾ ਚੋਣ ਕਮਿਸ਼ਨ। ਇਹਨਾਂ ਸੰਸਥਾਵਾਂ ਦੀ ਰਿਸਪੈਕਟ ਕਰਨਾ ਵੀ ਨਾਗਰਿਕਾਂ ਦਾ ਇੱਕ ਕਰਤੱਵ ਨਿਸ਼ਚਿਤ ਕੀਤਾ ਹੈ ਇਸ ਭਾਗ ਨੇ। ਰਾਸ਼ਟਰੀ ਝੰਡਾ ਅਤੇ ਰਾਸ਼ਟਰੀ ਗੀਤ ਇਹ ਸਾਡੀ ਰਾਸ਼ਟਰੀ ਪਹਿਚਾਣ ਹਨ। ਇਹਨਾਂ ਦਾ ਸਨਮਾਨ ਕਰਨਾ ਵੀ ਸਾਡਾ ਇੱਕ ਰਾਸ਼ਟਰੀ ਕਰਤੱਵ, ਸਾਡਾ ਇੱਕ ਮੌਲਿਕ ਕਰਤੱਵ ਫਿਕਸ ਕੀਤਾ ਗਿਆ ਹੈ। ਭਾਰਤੀ ਨਾਗਰਿਕਾਂ ਦਾ ਦੂਸਰਾ ਮੌਲਿਕ ਕਰਤੱਵ ਹੈ ਕਿ ਉਹ ਆਦਰਸ਼ ਜਿਨ੍ਹਾਂ ਨੇ ਸਾਡੇ ਰਾਸ਼ਟਰੀ ਅੰਦੋਲਨ ਨੂੰ ਉਤਸ਼ਾਹਿਤ ਕੀਤਾ, ਉਹਨਾਂ ਦਾ ਅਸੀਂ ਸਤਿਕਾਰ ਕਰੀਏ, ਉਹਨਾਂ ਕਦਮਾਂ 'ਤੇ ਚੱਲੀਏ। ਭਾਰਤ ਨੇ ਆਪਣੇ ਆਪ ਨੂੰ ਵਿਦੇਸ਼ੀ ਗੁਲਾਮੀ ਦੇ ਜੂਲੇ ਤੋਂ ਸੁਤੰਤਰ ਕਰਵਾਉਣ ਦੇ ਲਈ ਇੱਕ ਲੰਮਾ ਸੰਘਰਸ਼ ਕੀਤਾ। ਇਹ ਜਿਹੜਾ ਸੰਘਰਸ਼ ਹੈ ਇਹ ਕੁਝ ਮਹਾਨ ਆਦਰਸ਼ਾਂ 'ਤੇ ਆਧਾਰਿਤ ਸੀ। ਇਹ ਆਦਰਸ਼ ਗਿਣੇ ਜਾ ਸਕਦੇ ਹਨ ਜਿਵੇਂ ਧਰਮ ਨਿਰਪੱਖਤਾ, ਨੌਨ ਵਾਇਲੈਂਸ, ਰਾਸ਼ਟਰੀ ਏਕਤਾ, ਭਾਈਚਾਰਾ। ਇਹ ਸਾਰੇ ਉਹ ਆਦਰਸ਼ ਨੇ ਜਿਨ੍ਹਾਂ ਦੇ ਆਧਾਰ 'ਤੇ ਭਾਰਤ ਦਾ ਰਾਸ਼ਟਰੀ ਅੰਦੋਲਨ ਸੁਤੰਤਰਤਾ ਸੰਗਰਾਮੀਆਂ ਨੇ ਲੜਿਆ। ਇਹਨਾਂ ਆਦਰਸ਼ਾਂ ਦੇ ਨਾਲ ਹੀ ਅਸੀਂ ਲੜਾਈ ਲੜੀ ਅਤੇ ਇਹਨਾਂ ਆਦਰਸ਼ਾਂ ਦੇ ਨਾਲ ਹੀ ਅਸੀਂ ਸੁਤੰਤਰਤਾ ਪ੍ਰਾਪਤ ਕੀਤੀ। ਅਤੇ ਜਿਹੜਾ ਸਾਡਾ ਦੂਸਰੇ ਨੰਬਰ ਦਾ ਕਰਤੱਵ ਹੈ ਉਹ ਸਾਡੀ ਜ਼ਿੰਮੇਵਾਰੀ ਲਗਾਉਂਦਾ ਹੈ ਕਿ ਅਸੀਂ ਇਹਨਾਂ ਸਾਰੇ ਆਦਰਸ਼ਾਂ ਦਾ ਸਤਿਕਾਰ ਕਰੀਏ, ਅਸੀਂ ਇਹਨਾਂ ਸਾਰੇ ਆਦਰਸ਼ਾਂ 'ਤੇ ਚੱਲੀਏ। ਸਾਡਾ ਤੀਸਰਾ ਮੌਲਿਕ ਕਰਤੱਵ ਹੈ ਕਿ ਅਸੀਂ ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦਾ ਸਮਰਥਨ ਕਰੀਏ ਅਤੇ ਇਸ ਦੀ ਰੱਖਿਆ ਕਰੀਏ। ਭਾਰਤ ਨੇ ਬੜੇ ਲੰਮੇ ਸੰਘਰਸ਼ ਤੋਂ ਬਾਅਦ ਆਜ਼ਾਦੀ ਪ੍ਰਾਪਤ ਕੀਤੀ, ਆਪਣੇ ਆਪ ਨੂੰ ਪ੍ਰਭੂਸੱਤਾ ਰਾਜ ਦੇ ਰੂਪ ਦੇ ਵਿੱਚ, ਪ੍ਰਭੂਸੱਤਾ ਸੰਪੰਨ ਰਾਜ ਦੇ ਰੂਪ ਦੇ ਵਿੱਚ ਕਾਇਮ ਕੀਤਾ। ਪਰੰਤੂ ਜਿਹੜਾ ਸਾਡਾ ਇਤਿਹਾਸ ਹੈ, ਜਦੋਂ ਅਸੀਂ ਅੰਗਰੇਜ਼ਾਂ ਦੇ ਅਧੀਨ ਰਹੇ ਹਾਂ, ਉਹਨਾਂ ਨੇ ਸਾਨੂੰ ਡਿਵਾਈਡ ਐਂਡ ਰੂਲ ਦੀ ਪਾਲਿਸੀ 'ਤੇ ਵੰਡ ਕੇ ਰੱਖਿਆ, ਅਲੱਗ-ਅਲੱਗ ਕੌਮਾਂ ਦੇ ਵਿੱਚ, ਅਲੱਗ-ਅਲੱਗ ਸਾਨੂੰ ਭਾਸ਼ਾ ਦੇ ਆਧਾਰ 'ਤੇ, ਖੇਤਰ ਦੇ ਆਧਾਰ 'ਤੇ। ਅਤੇ ਇਸੇ ਕਾਰਨ ਹੀ ਜਦੋਂ ਅਸੀਂ ਆਜ਼ਾਦ ਹੋਏ ਤਾਂ ਆਜ਼ਾਦੀ ਦੇ ਨਾਲ ਨਾਲ ਸਾਨੂੰ ਵੰਡ ਦਾ ਵੀ ਸਾਹਮਣਾ ਕਰਨਾ ਪਿਆ। ਭਾਰਤ ਅਤੇ ਪਾਕਿਸਤਾਨ ਦੋ ਰਾਜਾਂ ਦੇ ਵਿੱਚ ਇਸ ਦੇਸ਼ ਦੀ ਵੰਡ ਹੋਈ। ਇਸ ਲਈ ਸਾਡਾ ਜਿਹੜਾ ਸੰਵਿਧਾਨ ਹੈ ਇਹ ਸਾਡਾ ਇੱਕ ਮੌਲਿਕ ਕਰਤੱਵ ਨਿਸ਼ਚਿਤ ਕਰਦਾ ਹੈ ਕਿ ਅਸੀਂ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦਾ ਸਮਰਥਨ ਕਰੀਏ ਅਤੇ ਇਸ ਦੀ ਰੱਖਿਆ ਕਰੀਏ। ਸਾਡਾ ਚੌਥਾ ਕਰਤੱਵ ਹੈ ਕਿ ਅਸੀਂ ਦੇਸ਼ ਦੀ ਰੱਖਿਆ ਕਰੀਏ ਅਤੇ ਜ਼ਰੂਰਤ ਪੈਣ 'ਤੇ ਰਾਸ਼ਟਰੀ ਸੇਵਾ ਕਰੀਏ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸੈਨਿਕ ਸੇਵਾ ਕਰਨੀ ਨਾਗਰਿਕਾਂ ਲਈ ਕੰਪਲਸਰੀ ਹੁੰਦੀ ਹੈ,
ਸਾਡੇ ਦੇਸ਼ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਲਾਅ ਨਹੀਂ ਹੈ ਜਿਹੜਾ ਸਾਨੂੰ ਕੰਪੈਲ ਕਰਦਾ ਹੋਵੇ ਕਿ ਹਰ ਵਿਅਕਤੀ ਇਸ ਏਜ ਗਰੁੱਪ ਦੇ ਵਿੱਚ ਰਾਸ਼ਟਰੀ ਸੇਵਾ ਕਰੇਗਾ, ਸੈਨਾ ਦੇ ਵਿੱਚ ਭਰਤੀ ਹੋਵੇਗਾ। ਪਰੰਤੂ ਸਾਡਾ ਇੱਕ ਕਰਤੱਵ ਜ਼ਰੂਰ ਫਿਕਸ ਕੀਤਾ ਹੈ ਭਾਗ 4A ਦੇ ਵਿੱਚ ਕਿ ਲੋੜ ਪੈਣ 'ਤੇ ਅਸੀਂ ਸਾਰੇ ਰਾਸ਼ਟਰੀ ਸੇਵਾ ਦੇ ਲਈ ਤਿਆਰ ਰਹੀਏ। ਜੇ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਸਾਨੂੰ ਰਾਸ਼ਟਰੀ ਸੇਵਾ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਪੰਜਵਾਂ ਸਾਡਾ ਜਿਹੜਾ ਮੌਲਿਕ ਕਰਤੱਵ ਹੈ ਉਹ ਹੈ ਲੋਕਾਂ 'ਚ ਸੁਮੇਲਤਾ ਅਤੇ ਭਾਈਚਾਰੇ ਦੀ ਭਾਵਨਾ ਵਿਕਾਸ ਕਰਨਾ ਅਤੇ ਉਸ ਤਰ੍ਹਾਂ ਦੀਆਂ ਪ੍ਰਥਾਵਾਂ ਦਾ ਤਿਆਗ ਕਰਨਾ ਜਿਹੜੀਆਂ ਇਸਤਰੀ ਵਰਗ ਦੇ ਲਈ ਨਿਰਾਦਰ ਭਰੀਆਂ ਹੋਣ। ਇਸ ਨੂੰ ਅਸੀਂ 2 ਹਿੱਸਿਆਂ ਦੇ ਵਿੱਚ ਡਿਸਕਸ ਕਰਾਂਗੇ। ਆਰਟੀਕਲ 51A ਦੀ E ਕਲਾਜ਼ ਦੇ ਵਿੱਚ ਹੈ ਇਹ। ਪਹਿਲਾ ਹੈ ਧਾਰਮਿਕ, ਭਾਸ਼ਾਈ, ਖੇਤਰੀ ਜਾਂ ਵਰਗੀ ਭਿੰਨਤਾਵਾਂ ਤੋਂ ਉੱਪਰ ਉੱਠ ਕੇ ਸਾਰੇ ਨਾਗਰਿਕਾਂ ਦੇ ਵਿੱਚ ਸੁਮੇਲਤਾ, ਸਾਂਝੀਵਾਲਤਾ ਦਾ ਅਸੀਂ ਸੁਨੇਹਾ ਲੈ ਕੇ ਜਾਣਾ ਹੈ। ਅਸੀਂ ਇਸ ਨੂੰ ਆਪਣੀ ਲਾਈਫ ਦਾ ਪਾਰਟ ਬਣਾਉਣਾ ਹੈ। ਤੇ ਇਸ ਦਾ ਦੂਸਰਾ ਪੱਖ ਹੈ ਇਸਤਰੀਆਂ ਦੇ ਪ੍ਰਤੀ। ਸਾਡੇ ਸਮਾਜ ਦੇ ਵਿੱਚ ਸਮੇਂ-ਸਮੇਂ 'ਤੇ ਕੁਝ ਇਸ ਤਰ੍ਹਾਂ ਦੀਆਂ ਪ੍ਰਥਾਵਾਂ ਜਿਵੇਂ ਕਿ ਪਰਦੇ ਦੀ ਪ੍ਰਥਾ, ਦੇਵਦਾਸੀ ਪ੍ਰਥਾ, ਇਸਤਰੀਆਂ ਨੂੰ ਧਾਰਮਿਕ ਸਥਾਨਾਂ 'ਤੇ, ਪਵਿੱਤਰ ਸਥਾਨਾਂ 'ਤੇ ਜਾਣ ਤੋਂ ਰੋਕਣਾ, ਬਾਲ ਵਿਆਹ, ਇਸ ਤਰ੍ਹਾਂ ਦੀਆਂ ਪ੍ਰਥਾਵਾਂ ਸਾਡੇ ਸਮਾਜ ਦੇ ਵਿੱਚ ਅਕਸਰ ਪੈਦਾ ਹੁੰਦੀਆਂ ਰਹੀਆਂ ਨੇ ਜਿਹੜੀਆਂ ਕਿ ਇਸਤਰੀ ਦੇ ਲਈ ਨਿਰਾਦਰਯੋਗ ਨੇ। ਅਤੇ ਸਾਡਾ ਸੰਵਿਧਾਨ ਇਸੇ ਹੀ ਕਲੌਜ ਦੇ ਵਿੱਚ ਸਾਡੀ ਇਹ ਡਿਊਟੀ ਲਾਉਂਦਾ ਹੈ, ਸਾਨੂੰ ਸਾਡਾ ਕਰਤੱਵ ਨਿਸ਼ਚਿਤ ਕਰਦਾ ਹੈ ਕਿ ਅਸੀਂ ਇਹਨਾਂ ਸਾਰੀਆਂ ਪ੍ਰਥਾਵਾਂ ਦਾ ਤਿਰਸਕਾਰ ਕਰੀਏ, ਇਹਨਾਂ ਸਾਰੀਆਂ ਪ੍ਰਥਾਵਾਂ ਨੂੰ ਛੱਡੀਏ ਜਿਹੜੀਆਂ ਇਸਤਰੀ ਦੇ ਲਈ, ਇਸਤਰੀ ਦੇ ਗੌਰਵ ਦੇ ਲਈ ਨਿਰਾਦਰ ਭਰੀਆਂ ਹੋਣ। 6ਵਾਂ ਸਾਡਾ ਮੌਲਿਕ ਕਰਤੱਵ ਹੈ ਕਿ ਸਾਡਾ ਜਿਹੜਾ ਰਲਿਆ ਮਿਲਿਆ ਮਿਸ਼ਰਤ ਸੱਭਿਆਚਾਰ ਹੈ, ਸੱਭਿਆਚਾਰ ਦਾ ਜਿਹੜਾ ਅਮੀਰ ਵਿਰਾਸਤ ਹੈ ਉਸ ਦਾ ਅਸੀਂ ਕਦਰ ਕਰੀਏ ਅਤੇ ਉਸ ਨੂੰ ਕਾਇਮ ਰੱਖੀਏ। ਸਾਡਾ ਜਿਹੜਾ ਪੂਰੇ ਭਾਰਤ ਦਾ ਸੱਭਿਆਚਾਰ ਹੈ, ਵੱਖੋ ਵੱਖਰੇ ਖੇਤਰਾਂ ਦੇ ਵਿੱਚ ਵੱਖੋ ਵੱਖਰੀ ਜੀਵਨ ਸ਼ੈਲੀ ਹੈ, ਵੱਖੋ ਵੱਖਰੇ ਰੀਤੀ ਰਿਵਾਜ ਹਨ। ਭਾਵ ਸਾਡੀ ਜਿਹੜੀ ਸੱਭਿਆਚਾਰਕ ਵਿਰਾਸਤ ਹੈ ਉਹ ਬਹੁਤ ਅਮੀਰ ਹੈ। ਬੇਸ਼ੱਕ ਇਸ ਦਾ ਥੋੜ੍ਹਾ ਜਿਹਾ ਆਧੁਨਿਕਤਾ ਦੇ ਨਾਲ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਰਲੇਵਾਂ ਹੋ ਰਿਹਾ ਹੈ। ਕੁਝ ਗੱਲਾਂ ਅਸੀਂ ਆਪਣੇ ਸੱਭਿਆਚਾਰ ਦੀਆਂ ਛੱਡ ਕੇ ਦੂਸਰੇ ਸੱਭਿਆਚਾਰ ਦੀਆਂ ਅਡੋਪਟ ਕਰ ਰਹੇ ਹਾਂ। ਪਰੰਤੂ ਸਾਡਾ ਸੰਵਿਧਾਨ ਸਾਡੀ ਜ਼ਿੰਮੇਵਾਰੀ ਫਿਕਸ ਕਰਦਾ ਹੈ ਕਿ ਅਸੀਂ ਆਪਣਾ ਜਿਹੜਾ ਇਹ ਰਲਿਆ ਮਿਲਿਆ ਮਿਸ਼ਰਤ ਸੱਭਿਆਚਾਰ ਹੈ, ਇਸ ਅਮੀਰ ਵਿਰਾਸਤ ਨੂੰ, ਅਮੀਰ ਅਸੀਂ ਧਰੋਹਰ ਨੂੰ ਸੰਭਾਲ ਕੇ ਰੱਖੀਏ। 7ਵਾਂ ਸਾਡਾ ਕਰਤੱਵ ਹੈ ਕਿ ਜੰਗਲਾਂ, ਝੀਲਾਂ, ਦਰਿਆਵਾਂ ਅਤੇ ਜੰਗਲੀ ਜੀਵਨ ਸਮੇਤ ਜਿੰਨੇ ਵੀ ਜਿਹੜਾ ਵੀ ਕੁਦਰਤੀ ਵਾਤਾਵਰਨ ਹੈ ਉਸ ਦੀ ਰੱਖਿਆ ਕਰੀਏ, ਉਸ ਦਾ ਵਿੱਚ ਸੁਧਾਰ ਕਰੀਏ ਅਤੇ ਜੀਵ ਜੰਤੂਆਂ ਪ੍ਰਤੀ ਦਇਆ ਭਾਵ ਰੱਖੀਏ। ਜਦੋਂ ਸਾਡਾ ਸੰਵਿਧਾਨ ਬਣਾਇਆ ਜਾ ਰਿਹਾ ਸੀ ਚੌਥੇ ਔਰ ਪੰਜਵੇਂ ਦਹਾਕੇ ਦੇ ਵਿੱਚ, ਉਸ ਸਮੇਂ ਪੂਰੇ ਸੰਸਾਰ ਦੇ ਵਿੱਚ ਵਾਤਾਵਰਨ ਦੀ ਰੱਖਿਆ ਦਾ ਵਿਸ਼ਾ ਕੋਈ ਬਹੁਤਾ ਗੰਭੀਰ ਵਿਸ਼ਾ ਨਹੀਂ ਸੀ ਮੰਨਿਆ ਜਾਂਦਾ। ਇਸ ਲਈ ਨਾ ਤਾਂ ਉਸੇ ਸਮੇਂ ਲਗਭਗ ਉਸੇ ਹੀ ਦਹਾਕੇ ਦੇ ਵਿੱਚ ਯੂਨਾਈਟਿਡ ਨੇਸ਼ਨ ਦਾ ਚਾਰਟਰ ਵੀ ਬਣਿਆ। ਇਸ ਲਈ ਇਹਨਾਂ ਦੋਨਾਂ ਹੀ ਡਾਕੂਮੈਂਟਸ ਦੇ ਵਿੱਚ ਵਾਤਾਵਰਨ ਨਾਲ ਸੰਬੰਧਿਤ ਸਾਨੂੰ ਕੋਈ ਵਿਵਸਥਾ ਨਹੀਂ ਮਿਲਦੀ। ਫਿਰ 1968 ਤੋਂ ਬਾਅਦ 70 ਦੇ ਨੇੜੇ ਤੇੜੇ ਇਹ ਪੂਰੇ ਵਰਲਡ ਦੇ ਵਿੱਚ ਸੋਚਿਆ ਜਾਣ ਲੱਗਿਆ ਕਿ ਸਾਨੂੰ ਵਾਤਾਵਰਨ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਵਾਤਾਵਰਨ ਦੇ ਵਿੱਚ ਬਹੁਤ ਸਾਰਾ ਪ੍ਰਦੂਸ਼ਣ ਹੋ ਰਿਹਾ ਹੈ, ਵਾਤਾਵਰਨ ਦੇ ਕਰਕੇ ਵਿਸ਼ਵ ਗਰਮੀ ਆ ਜਿਹੜੀ ਉਹ ਵੱਧ ਰਹੀ ਆ। ਅਤੇ ਵਰਲਡ ਲੈਵਲ 'ਤੇ ਕੁਝ ਫਿਰ ਕਾਨਫਰੰਸਿਸ ਹੋਣੀਆਂ ਸ਼ੁਰੂ ਹੋਈਆਂ, ਵਿਚਾਰ ਵਟਾਂਦਰਾ ਹੋਣਾ ਸ਼ੁਰੂ ਹੋਇਆ। ਪਹਿਲੀ ਵਰਲਡ ਲੈਵਲ ਦੀ ਕਾਨਫਰੰਸ ਸਟਾਕਹੋਮ ਕਾਨਫਰੰਸ ਹੋਈ। ਇਸ ਕਾਨਫਰੰਸ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੇ ਵੀ ਹਿੱਸਾ ਲਿਆ। 1972 ਦੇ ਵਿੱਚ ਕਾਨਫਰੰਸ ਹੋਈ ਸੀ। ਅਤੇ ਇੱਥੋਂ ਬਾਅਦ ਗਲੋਬਲ ਲੈਵਲ 'ਤੇ ਇਹ ਇੱਕ ਵਿਚਾਰ ਸ਼ੁਰੂ ਹੋਇਆ ਕਿ ਵਾਤਾਵਰਨ ਦਾ ਵਿਸ਼ਾ ਬੜਾ ਗੰਭੀਰ ਵਿਸ਼ਾ ਹੈ, ਸਾਨੂੰ ਸਾਰਿਆਂ ਨੂੰ ਇਸ ਦੀ ਸੁਰੱਖਿਆ ਦੇ ਲਈ ਕਦਮ ਚੁੱਕਣੇ ਚਾਹੀਦੇ ਹਨ। ਜੰਗਲੀ ਜਾਨਵਰਾਂ ਪ੍ਰਤੀ, ਜੀਵ ਜੰਤੂਆਂ ਪ੍ਰਤੀ ਦਇਆ ਭਾਵਨਾ ਮਨ ਦੇ ਵਿੱਚ ਵਿਕਸਿਤ ਕਰਨੀ ਚਾਹੀਦੀ ਹੈ। ਇਸੇ ਲਈ 1976 ਦੇ ਵਿੱਚ ਜਦੋਂ ਸੰਵਿਧਾਨਕ ਸੋਧ ਹੋਈ, ਮੌਲਿਕ ਕਰਤੱਵਾਂ ਦਾ ਭਾਗ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ, ਤਾਂ ਸਾਡਾ ਇਹ ਇੱਕ ਮੌਲਿਕ ਕਰਤੱਵ ਵੀ ਐਡ ਕੀਤਾ ਗਿਆ ਕਿ ਅਸੀਂ ਕੁਦਰਤੀ ਵਾਤਾਵਰਨ ਦੀ ਰੱਖਿਆ ਕਰਾਂਗੇ ਅਤੇ ਜੰਗਲੀ ਜੀਵਨ ਦੇ ਪ੍ਰਤੀ ਦਇਆ ਭਾਵ ਰੱਖਾਂਗੇ। 8ਵਾਂ ਸਾਡਾ ਕਰਤੱਵ ਹੈ ਵਿਗਿਆਨਕ ਸੁਭਾਅ, ਮਾਨਵਵਾਦ ਪੈਦਾ ਕਰਨਾ ਅਤੇ ਜਾਂਚ ਅਤੇ ਸੁਧਾਰ ਦੀ ਆਦਤ ਆਪਣੇ ਵਿੱਚ, ਭਾਵਨਾ ਆਪਣੇ ਵਿੱਚ ਵਿਕਸਿਤ ਕਰਨਾ। ਅਸੀਂ ਜਾਣਦੇ ਹਾਂ ਕਿ ਭਾਰਤ ਓਵਰ ਪਾਪੂਲੇਟਡ ਕੰਟਰੀ ਹੈ। ਪਹਿਲਾਂ ਤੋਂ ਹੀ ਸਾਧਨਾਂ ਦੀ ਕਮੀ ਦੇ ਨਾਲ ਅਸੀਂ ਜੂਝ ਰਹੇ ਹਾਂ, ਪਰ ਫਿਰ ਵੀ ਅਸੀਂ ਆਪਣੇ ਬਹੁਤ ਸਾਰੇ ਜਿਹੜੇ ਕੀਮਤੀ ਸਾਧਨ ਨੇ ਉਹ ਵਹਿਮਾਂ ਭਰਮਾਂ ਕਰਕੇ ਅਜਾਈਂ ਗਵਾ ਦਿੰਦੇ ਹਾਂ। ਕਈ ਵਾਰੀ ਇਹਨਾਂ ਵਹਿਮਾਂ ਭਰਮਾਂ ਕਰਕੇ ਕਈ ਲੋਕ ਅਣਮਨੁੱਖੀ ਕਾਰੇ ਵੀ ਕਰਦੇ ਹਨ, ਜਿਵੇਂ ਮਨੁੱਖੀ ਬਲੀ ਤੱਕ ਵਾਲੇ ਕਾਰੇ ਵੀ
ਸਾਨੂੰ ਭਾਰਤ ਦੇ ਵਿੱਚ ਰਿਪੋਰਟ ਕੀਤੇ ਗਏ ਹਨ। ਅਤੇ ਸਾਡਾ ਸੰਵਿਧਾਨ ਸਾਨੂੰ ਯਾਦ ਦਿਵਾਉਂਦਾ ਹੈ, ਸਾਡਾ ਇੱਕ ਡਿਊਟੀ ਫਿਕਸ ਕਰਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਨਿਕਲੀਏ, ਬਲਕਿ ਮਾਨਵਵਾਦ ਜਿਹੜਾ ਸਾਰੇ ਹੀ ਧਰਮਾਂ ਦਾ ਨਿਚੋੜ ਹੈ ਉਸ ਦੇ ਵਿੱਚ ਅਸੀਂ ਵਿਸ਼ਵਾਸ ਰੱਖੀਏ, ਵਿਗਿਆਨਕ ਸੁਭਾਅ ਵਿਕਸਿਤ ਕਰੀਏ, ਜਾਂਚ ਅਤੇ ਸੁਧਾਰ ਦੀ ਭਾਵਨਾ ਪੈਦਾ ਕਰੀਏ। ਭਾਵ ਜੋ ਕੁਝ ਵੀ ਵਰਤਾਰਾ ਵਾਪਰ ਰਿਹਾ ਹੈ ਉਸ ਦੇ ਵਿੱਚ ਉਸ ਦੀ ਜਾਂਚ ਕਰਨਾ ਤਰਕ ਦੇ ਆਧਾਰ 'ਤੇ ਅਤੇ ਉਸ ਵਿੱਚ ਸੁਧਾਰ ਦਾ ਰਸਤਾ ਲੱਭਣ ਦੀ ਕੋਸ਼ਿਸ਼ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈ। ਇਹ ਜਿਹੜਾ ਵਿਗਿਆਨਕ ਸੁਭਾਅ ਹੈ ਉਹ ਹੈ, ਉਸ ਦਾ ਭਾਵ ਹੈ ਕਿ ਹਰ ਵਰਤਾਰੇ ਪ੍ਰਤੀ ਅਸੀਂ ਜਾਂਚ ਦੀ ਭਾਵਨਾ ਕਿ ਕੀ ਜੋ ਘਟਨਾਕ੍ਰਮ ਵਾਪਰ ਰਿਹਾ ਹੈ ਉਸ ਦਾ ਕੀ ਕਾਰਨ ਹੈ, ਉਸ ਤੋਂ ਜੇ ਕੋਈ ਸਮੱਸਿਆ ਹੈ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ, ਉਹ ਭਾਵਨਾ ਵਿਕਸਿਤ ਕਰੀਏ, ਅਤੇ ਜੇ ਕੋਈ ਬੁਰਾਈ ਹੈ ਤਾਂ ਉਹਦੇ ਵਿੱਚ ਸੁਧਾਰ ਦੀ ਭਾਵਨਾ ਅਸੀਂ ਵਿਕਸਿਤ ਕਰੀਏ। 9ਵਾਂ ਸਾਡਾ ਕਰਤੱਵ ਹੈ ਜਨਤਕ ਸੰਪਤੀ ਦੀ ਸੁਰੱਖਿਆ ਅਤੇ ਹਿੰਸਾ ਦਾ ਤਿਆਗ। ਭਾਰਤ ਦੇ ਵਿੱਚ ਜਨਤਕ ਹਿੰਸਾ ਸਾਨੂੰ ਆਮ ਹੀ ਸ਼ਾਇਦ ਹੀ ਕੋਈ ਹਫ਼ਤਾ ਹੁੰਦਾ ਹੋਵੇਗਾ ਜਦੋਂ ਸਾਡੇ ਅਖਬਾਰ ਜਾਂ ਜੋ ਚੈਨਲ ਨੇ ਜਿਹੜੇ ਉਹ ਸਾਨੂੰ ਇਸ ਤਰ੍ਹਾਂ ਦੀਆਂ ਤਸਵੀਰਾਂ ਨਹੀਂ ਦਿਖਾਉਂਦੇ। ਅਕਸਰ ਇਸ ਤਰ੍ਹਾਂ ਦਾ ਘਟਨਾਕ੍ਰਮ ਹੁੰਦਾ ਰਹਿੰਦਾ ਹੈ, ਭਾਰਤ ਦੇ ਵਿੱਚ ਜਨਤਕ ਹਿੰਸਾ ਹੁੰਦੀ ਰਹਿੰਦੀ ਹੈ, ਅਤੇ ਜਦੋਂ ਵੀ ਇਸ ਤਰ੍ਹਾਂ ਦੀ ਹਿੰਸਾ ਹੁੰਦੀ ਹੈ ਤਾਂ ਸਭ ਤੋਂ ਪਹਿਲ ਦੇ ਆਧਾਰ 'ਤੇ ਨਿਸ਼ਾਨਾ ਅਸੀਂ ਪਬਲਿਕ ਪ੍ਰੋਪਰਟੀ ਨੂੰ ਬਣਾਉਂਦੇ ਹਾਂ। ਅਤੇ ਸਾਡਾ ਸੰਵਿਧਾਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਜਨਤਕ ਸੰਪਤੀ ਦੀ ਸੁਰੱਖਿਆ ਕਰੀਏ ਅਤੇ ਜਨਤਕ ਜੀਵਨ ਦੇ ਵਿੱਚ ਹਿੰਸਾ, ਕਿਸੇ ਵੀ ਕਿਸਮ ਦਾ ਹਿੰਸਾ ਦਾ ਤਿਆਗ ਕਰੀਏ। 10ਵਾਂ ਕਰਤੱਵ ਹੈ ਉੱਤਮਤਾ ਪ੍ਰਾਪਤ ਕਰਨ ਦਾ ਯਤਨ ਕਰਨਾ, ਟੂ ਸਟਰਾਈਵ ਫਾਰ ਐਕਸੀਲੈਂਸ ਇਨ ਆਲ ਸਫੇਅਰਸ ਆਫ ਇੰਡੀਵਿਜੂਅਲ ਐਂਡ ਕਲੈਕਟਿਵ ਐਕਟੀਵਿਟੀ। ਇਹ ਸਾਡਾ ਜਿਹੜਾ ਕਰਤੱਵ ਹੈ ਬਹੁਤ ਇੰਪੋਰਟੈਂਟ ਹੈ ਸਾਡੇ ਸਾਰਿਆਂ ਲਈ, ਪਰਸਨਲ ਤੌਰ 'ਤੇ ਵੀ, ਰਾਸ਼ਟਰੀ ਤੌਰ 'ਤੇ ਵੀ। ਇਹ ਕਹਿੰਦਾ ਹੈ ਕਿ ਕਿਸੇ ਦੇਸ਼ ਦਾ ਨਿਰਮਾਣ, ਰਾਸ਼ਟਰ ਦਾ ਨਿਰਮਾਣ ਲੋਕਾਂ ਦੇ ਨਾਲ ਹੀ ਹੁੰਦਾ। ਜਦੋਂ ਲੋਕ ਵਿਕਾਸ ਕਰਨਗੇ, ਲੋਕ ਕਦੋਂ ਵਿਕਾਸ ਕਰਨਗੇ? ਜਦੋਂ ਜਿਹੜੇ ਵੀ ਖੇਤਰ ਦੇ ਵਿੱਚ ਉਹ ਕਾਰਜ ਕਰ ਰਹੇ ਨੇ, ਜਿਹੜੀ ਵੀ ਉਹਨਾਂ ਨੇ ਕੋਈ ਜ਼ਿੰਮੇਵਾਰੀ ਲਈ ਹੈ ਉਹਦੇ ਵਿੱਚ ਉੱਤਮਤਾ ਜਾਂ ਐਕਸੀਲੈਂਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ। ਜਦੋਂ ਹਰ ਵਿਅਕਤੀ ਐਕਸੀਲੈਂਸ ਦੀ ਟੀਸੀ ਤੱਕ ਜਾਵੇਗਾ ਤਾਂ ਵਿਕਾਸ ਕਰੇਗਾ, ਅਤੇ ਜਦੋਂ ਹਰ ਵਿਅਕਤੀ ਵਿਕਾਸ ਕਰੇਗਾ ਤਾਂ ਪੂਰਾ ਦੇਸ਼ ਵੀ ਉਹਦੇ ਨਾਲ ਵਿਕਾਸ ਕਰੇਗਾ। ਇਹ ਸਾਨੂੰ ਬੜਾ ਵਧੀਆ ਸਾਡੀ ਜ਼ਿੰਮੇਵਾਰੀ ਵੀ ਲਗਾਉਂਦਾ ਹੈ, ਸਾਨੂੰ ਸੰਦੇਸ਼ ਵੀ ਦਿੰਦਾ ਹੈ ਕਿ ਅਸੀਂ ਆਪੋ ਆਪਣੇ ਖੇਤਰ ਦੇ ਵਿੱਚ ਐਕਸੀਲੈਂਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ। 11ਵਾਂ ਕਰਤੱਵ ਸਾਡਾ 86ਵੀਂ ਸੰਵਿਧਾਨਕ ਸੋਧ ਦੇ ਨਾਲ ਸ਼ਾਮਲ ਕੀਤਾ ਗਿਆ ਸੀ 2002 ਦੇ ਵਿੱਚ। ਇਹ ਕਰਤੱਵ ਸਾਡੀ ਜ਼ਿੰਮੇਵਾਰੀ ਲਾਉਂਦਾ ਹੈ ਕਿ ਜਿਹੜੇ 6 ਤੋਂ 14 ਸਾਲ ਤੱਕ ਦੇ ਬੱਚੇ ਨੇ, ਚਾਹੇ ਪੇਰੈਂਟ ਦੇ ਤੌਰ 'ਤੇ ਸਾਡੇ ਨਾਲ ਰਹਿ ਰਹੇ ਨੇ, ਚਾਹੇ ਸਾਡੇ ਨਾਲ ਗਾਰਡੀਅਨ ਦੇ ਤੌਰ 'ਤੇ ਰਹਿ ਰਹੇ ਨੇ, ਉਹਨਾਂ ਬੱਚਿਆਂ ਪ੍ਰਤੀ ਸਾਡੀ ਇਹ ਰਿਸਪੌਂਸਿਬਿਲਿਟੀ ਹੈ, ਸਾਡੀ ਇਹ ਡਿਊਟੀ ਹੈ ਕਿ ਅਸੀਂ ਉਹਨਾਂ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰਵਾਈਏ। ਇਸੇ ਹੀ ਸੰਵਿਧਾਨਕ ਸੋਧ ਦੇ ਨਾਲ ਸਾਡੇ ਮੌਲਿਕ ਅਧਿਕਾਰਾਂ ਵਾਲੇ ਚੈਪਟਰ ਦੇ ਵਿੱਚ ਇੱਕ ਭਾਗ ਦੇ ਵਿੱਚ ਇੱਕ ਮੌਲਿਕ ਅਧਿਕਾਰ ਵੀ ਸ਼ਾਮਲ ਕੀਤਾ ਗਿਆ ਸੀ ਆਰਟੀਕਲ 21A ਦੇ ਤਹਿਤ, ਜਿਹਦੇ ਤਹਿਤ 6 ਤੋਂ 14 ਸਾਲ ਤੱਕ ਦੇ ਬੱਚਿਆਂ ਦੇ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਜਿਹੜੀ ਉਹ ਸਾਡਾ ਇੱਕ ਮੌਲਿਕ ਅਧਿਕਾਰ ਨਿਸ਼ਚਿਤ ਕੀਤਾ ਗਿਆ ਹੈ। ਅਤੇ ਇਸ ਭਾਗ ਦੇ ਵਿੱਚ ਇਹ ਇੱਕ ਮੌਲਿਕ ਕਰਤੱਵ ਨਿਸ਼ਚਿਤ ਕੀਤਾ ਗਿਆ ਹੈ ਕਿ ਜਿਹੜੇ ਵੀ ਬੱਚੇ ਸਾਡੇ ਨਾਲ ਰਹਿ ਰਹੇ ਹੋਣ ਪੇਰੈਂਟਸ ਦੇ ਤੌਰ 'ਤੇ ਜਾਂ ਗਾਰਡੀਅਨ ਦੇ ਤੌਰ 'ਤੇ, ਉਹਨਾਂ ਨੂੰ ਅਸੀਂ ਸਿੱਖਿਆ ਦੇ ਮੌਕੇ ਪ੍ਰਦਾਨ ਕਰਵਾਈਏ। ਇਹ ਸੀ ਸਾਡੇ ਮੌਲਿਕ ਕਰਤੱਵ। ਇਹਨਾਂ ਮੌਲਿਕ ਕਰਤੱਵਾਂ ਦੀ ਮਹੱਤਤਾ ਦੀ ਵੀ ਗੱਲ ਕੀਤੀ ਜਾਂਦੀ ਹੈ, ਇਹਨਾਂ ਦੀ ਆਲੋਚਨਾ ਵੀ ਕੀਤੀ ਜਾਂਦੀ ਹੈ। ਹੁਣ ਅਸੀਂ ਇਸ ਭਾਗ ਦੇ ਵਿੱਚ ਦੇਖਾਂਗੇ ਕਿ ਕਿਹੜੇ-ਕਿਹੜੇ ਆਧਾਰ 'ਤੇ ਮੌਲਿਕ ਕਰਤੱਵਾਂ ਦੀ ਆਲੋਚਨਾ ਕੀਤੀ ਜਾਂਦੀ ਹੈ। ਪਹਿਲੀ ਆਲੋਚਨਾ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਪਿੱਛੇ ਕੋਈ ਕਾਨੂੰਨੀ ਸ਼ਕਤੀ ਨਹੀਂ ਹੈ, ਕੋਈ ਇਸ ਤਰ੍ਹਾਂ ਦੀ ਸਜ਼ਾ ਨਿਸ਼ਚਿਤ ਨਹੀਂ ਕੀਤੀ ਗਈ ਕਿ ਜੇਕਰ ਅਸੀਂ ਮੌਲਿਕ ਕਰਤੱਵਾਂ ਦੀ ਪਾਲਣਾ ਨਹੀਂ ਕਰਦੇ ਤਾਂ ਸਾਨੂੰ ਸਜ਼ਾ ਕਿਸੇ ਵਿਅਕਤੀ ਨੂੰ ਦਿੱਤੀ ਜਾ ਸਕਦੀ ਹੈ। ਅਤੇ ਇਹਨਾਂ ਨੂੰ ਮੰਨਣਾ ਜਾਂ ਨਾ ਮੰਨਣਾ ਕਿਸੇ ਵਿਅਕਤੀ ਦੇ ਆਪਣੀ ਇੱਛਾ ਸ਼ਕਤੀ 'ਤੇ, ਉਸ ਦੀ ਆਪਣੀ ਜ਼ਮੀਰ ਦੀ ਆਵਾਜ਼ ਦੇ ਆਧਾਰ 'ਤੇ ਹੀ ਨਿਰਭਰ ਕਰਦਾ ਹੈ। ਇਸ ਲਈ ਜਿਹੜੇ ਲੋਕ ਚੰਗੇ ਸੀ, ਜ਼ਿੰਮੇਵਾਰ ਸੀ, ਉਹ ਪਹਿਲਾਂ ਵੀ ਇਹਨਾਂ ਕਰਤੱਵਾਂ ਦੀ ਪਾਲਣਾ ਕਰਦੇ ਸੀ। ਜਿਹੜੇ ਲੋਕ ਗੈਰ ਜ਼ਿੰਮੇਵਾਰ ਨੇ ਉਹ ਇਹਨਾਂ ਕਰਤੱਵਾਂ ਨੂੰ ਸੰਵਿਧਾਨ ਦੇ ਵਿੱਚ ਸ਼ਾਮਲ ਹੋਣ ਨਾਲ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ, ਉਹ ਹੁਣ ਵੀ ਉਸੇ ਤਰ੍ਹਾਂ ਗੈਰ ਜ਼ਿੰਮੇਵਾਰ ਨੇ। ਦੂਸਰਾ ਹੈ ਸਪਸ਼ਟਤਾ ਦੀ ਘਾਟ ਹੈ। ਸੰਵਿਧਾਨ ਸਾਡੇ ਦੇਸ਼ ਦਾ ਸੁਪਰੀਮ ਲਾਅ ਹੁੰਦਾ ਹੈ, ਉਹਦੇ ਵਿੱਚ ਜਿਹੜੀ ਵੀ ਚੀਜ਼ ਸ਼ਾਮਲ ਕੀਤੀ ਜਾਂਦੀ ਹੈ ਉਹ ਸਪਸ਼ਟ ਕਲੀਅਰ ਹੋਣੀ ਚਾਹੀਦੀ ਹੈ, ਪਰੰਤੂ ਜਿਹੜੇ ਸਾਡੇ ਮੌਲਿਕ ਕਰਤੱਵ ਨੇ
ਉਹ ਕਈ ਮੌਲਿਕ ਅਧਿਕਾਰ ਕਰਤੱਵ ਸਾਡੇ ਸਪਸ਼ਟ ਨਹੀਂ ਹਨ। ਜਿਵੇਂ ਰਾਸ਼ਟਰੀ ਝੰਡੇ ਤੇ ਰਾਸ਼ਟਰੀ ਗੀਤ ਦੀ ਸੰਵਿਧਾਨ ਤੇ ਰਾਸ਼ਟਰੀ ਝੰਡੇ ਦਾ ਸਨਮਾਨ ਦੀ ਗੱਲ ਕੀਤੀ ਗਈ ਹੈ। ਸਨਮਾਨ ਕਿਵੇਂ ਕੀਤਾ ਜਾਣਾ ਹੈ? ਕੀ ਅਪਮਾਨ ਨਾ ਕਰਨਾ ਹੀ ਸਨਮਾਨ ਹੈ, ਜਾਂ ਸਨਮਾਨ ਦੇ ਲਈ ਕੋਈ ਸਾਨੂੰ ਪੋਜ਼ੀਟਿਵ ਐਫਰਟਸ ਕਰਨੇ ਚਾਹੀਦੇ ਹਨ? ਰਾਸ਼ਟਰੀ ਅੰਦੋਲਨ ਨੂੰ ਉਤਸ਼ਾਹਿਤ ਕਰਨ ਵਾਲੇ ਆਦਰਸ਼ਾਂ ਦੀ ਗੱਲ ਕੀਤੀ ਗਈ ਹੈ, ਪਰੰਤੂ ਆਦਰਸ਼ ਨੇ ਜਿਹੜੇ ਉਹ ਕਈ ਥਾਵਾਂ 'ਤੇ ਸਾਨੂੰ ਦੇਖਦੇ ਹਾਂ ਕਿ ਵੱਖੋ ਵੱਖਰੇ ਧਿਰਾਂ ਨੇ ਜਿਹੜੇ ਆਦਰਸ਼ ਅਪਣਾਏ ਉਹ ਇੱਕ ਦੂਸਰੇ ਤੋਂ ਵੱਖਰੇ ਹੀ ਨਹੀਂ ਸੀ, ਇੱਕ ਦੂਸਰੇ ਤੋਂ ਉਲਟੇ ਵੀ ਸੀ। ਜਿਵੇਂ ਮਹਾਤਮਾ ਗਾਂਧੀ ਦੀ ਅਗਵਾਈ ਦੇ ਵਿੱਚ ਜਿਹੜਾ ਸੁਤੰਤਰਤਾ ਦਾ ਘੋਲ ਲੜਿਆ ਗਿਆ, ਉਹਦੇ ਵਿੱਚ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਗਿਆ ਅਹਿੰਸਾ ਔਰ ਸੱਤਿਆਗ੍ਰਹਿ 'ਤੇ। ਕਾਂਗਰਸ ਨੇ ਸੰਵਿਧਾਨਕ ਸਾਧਨਾਂ 'ਤੇ ਜ਼ੋਰ ਦਿੱਤਾ, ਪਰੰਤੂ ਕੁਝ ਇਸ ਤਰ੍ਹਾਂ ਦੇ ਕ੍ਰਾਂਤੀਕਾਰੀ ਹੋਏ ਨੇ, ਕਰਤਾਰ ਸਿੰਘ ਸਰਾਭਾ, ਸਰਦਾਰ ਭਗਤ ਸਿੰਘ, ਸੁਭਾਸ਼ ਚੰਦਰ ਬੋਸ, ਜਿਨ੍ਹਾਂ ਨੇ ਕ੍ਰਾਂਤੀਕਾਰੀ ਸਾਧਨਾਂ ਦੀ ਗੱਲ ਕੀਤੀ ਹੈ ਕਿ ਸਾਨੂੰ ਹਥਿਆਰ ਦਾ ਜਵਾਬ ਹਥਿਆਰ ਦੇ ਨਾਲ ਦੇਣਾ ਚਾਹੀਦਾ ਹੈ, ਤਾਂ ਅਸੀਂ ਸੁਤੰਤਰਤਾ ਪ੍ਰਾਪਤ ਕਰ ਸਕਦੇ ਹਾਂ। ਜੇ ਅਸੀਂ ਅਹਿੰਸਾ ਨੂੰ ਆਪਣਾ ਆਦਰਸ਼ ਮੰਨਦੇ ਹਾਂ ਕਿ ਸਾਨੂੰ ਜਿਹੜੀਆਂ ਕ੍ਰਾਂਤੀਕਾਰੀ ਸਾਡੇ ਵੀਰਾਂ ਦੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕੁਝ ਜਿਹੜੇ ਸਾਡੇ ਮੌਲਿਕ ਕਰਤੱਵ ਹਨ ਉਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹਨ। ਤੀਸਰੀ ਅਕਸਰ ਆਲੋਚਨਾ ਕੀਤੀ ਜਾਂਦੀ ਹੈ ਕਿ ਸੰਵਿਧਾਨ ਦੇ ਵਿੱਚ ਇਹਨਾਂ ਨੂੰ ਸਹੀ ਸਥਾਨ 'ਤੇ ਸ਼ਾਮਲ ਨਹੀਂ ਕੀਤਾ ਗਿਆ। ਸੰਵਿਧਾਨ ਦਾ ਜਿਹੜਾ ਸਾਡਾ ਤੀਸਰਾ ਭਾਗ ਹੈ ਉਹ ਮੌਲਿਕ ਅਧਿਕਾਰਾਂ ਦਾ ਭਾਗ ਹੈ, ਅਤੇ ਚੌਥਾ ਭਾਗ ਨਿਰਦੇਸ਼ਕ ਸਿਧਾਂਤਾਂ ਦਾ ਭਾਗ ਹੈ। ਜਿਹੜਾ ਨਿਰਦੇਸ਼ਕ ਸਿਧਾਂਤਾਂ ਦਾ ਭਾਗ ਹੈ, ਨਿਰਦੇਸ਼ਕ ਸਿਧਾਂਤ ਸਟੇਟ ਲਈ ਹਨ, ਮੌਲਿਕ ਅਧਿਕਾਰ ਨੇ ਜਿਹੜੇ ਉਹ ਇੱਕ ਵਿਅਕਤੀ ਜਾਂ ਨਾਗਰਿਕ ਲਈ ਹਨ, ਅਤੇ ਇਹ ਜਿਹੜੇ ਮੌਲਿਕ ਕਰਤੱਵ ਨੇ ਉਹ ਵੀ ਨਾਗਰਿਕ ਲਈ ਹਨ। ਇਸ ਲਈ ਇਹਨਾਂ ਦਾ ਸਹੀ ਸਥਾਨ ਭਾਗ ਚੌਥੇ ਤੋਂ ਬਾਅਦ ਕਈ ਕ੍ਰਿਟਿਕਸ ਕਹਿੰਦੇ ਨੇ ਕਿ ਇੱਥੇ ਹੋਣਾ ਚਾਹੀਦਾ ਸੀ, ਇਹ ਇੱਥੇ ਹੋਣੇ ਚਾਹੀਦੇ ਸੀ, ਭਾਗ 3A ਦੇ ਤੌਰ 'ਤੇ ਇਹਨਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ। ਇਸ ਆਧਾਰ 'ਤੇ ਵੀ ਇਹਨਾਂ ਦੇ ਸਥਾਨ ਦੇ ਆਧਾਰ 'ਤੇ ਵੀ ਆਲੋਚਨਾ ਕੀਤੀ ਜਾਂਦੀ ਹੈ ਸਾਡੇ ਮੌਲਿਕ ਕਰਤੱਵਾਂ ਦੀ। ਅਤੇ ਲਾਸਟ 'ਤੇ ਇੱਕ ਕਿਹਾ ਜਾਂਦਾ ਹੈ ਕਿ ਮੌਲਿਕ ਅਧਿਕਾਰਾਂ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ। ਜੇ ਅਸੀਂ ਭਾਗ 3 ਅਸੀਂ ਆਪਣੇ ਸੰਵਿਧਾਨ ਦਾ ਪੜ੍ਹਦੇ ਹਾਂ ਅਤੇ ਭਾਗ 4A ਪੜ੍ਹਦੇ ਹਾਂ ਮੌਲਿਕ ਕਰਤੱਵਾਂ ਵਾਲਾ, ਤਾਂ ਸਾਨੂੰ ਇਹਨਾਂ ਦੇ ਵਿੱਚ ਕੋਈ ਕੋਆਰਡੀਨੇਸ਼ਨ ਦਿਖਾਈ ਨਹੀਂ ਦਿੰਦੀ। ਮੌਲਿਕ ਅਧਿਕਾਰ ਕੋਈ ਡਿਫਰੈਂਟ ਗੱਲ ਕਰ ਰਹੇ ਹਨ, ਮੌਲਿਕ ਕਰਤੱਵ ਕੋਈ ਇੰਟਾਇਰਲੀ ਡਿਫਰੈਂਟ ਗੱਲ ਕਰ ਰਹੇ ਹਨ। ਸਾਡਾ ਸਿਰਫ ਇੱਕ ਮੌਲਿਕ ਕਰਤੱਵ ਹੈ ਜਿਹੜਾ 86ਵੀਂ ਸੰਵਿਧਾਨਕ ਸੋਧ ਨੇ ਪ੍ਰਦਾਨ ਕੀਤਾ ਸੀ 2002 'ਚ, ਜਿਹੜਾ ਸਾਡੀ ਜ਼ਿੰਮੇਵਾਰੀ ਲਾਉਂਦਾ ਹੈ ਬੱਚਿਆਂ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਦੀ। ਇਹ ਸਿਰਫ ਮੌਲਿਕ ਅਧਿਕਾਰਾਂ ਦੇ ਨਾਲ ਮੈਚ ਕਰਦਾ ਹੈ, ਕਿਉਂਕਿ ਆਰਟੀਕਲ 21A 'ਚ ਲਿਖਿਆ ਗਿਆ ਹੈ ਕਿ ਸਾਨੂੰ ਰਾਈਟ ਟੂ ਐਜੂਕੇਸ਼ਨ ਦਿੱਤਾ ਜਾਵੇਗਾ ਜਿਹੜੇ 6 ਤੋਂ 14 ਸਾਲ ਤੱਕ ਦੇ ਬੱਚੇ ਨੇ। ਬਾਕੀ ਸਾਰੇ ਜਿਹੜੇ ਅਧਿਕਾਰ ਨੇ ਅਤੇ ਕਰਤੱਵ ਨੇ ਉਹਨਾਂ ਦਾ ਕੰਟੈਕਸਟ ਬਿਲਕੁਲ ਹੀ ਡਿਫਰੈਂਟ ਹੈ। ਇਹਨਾਂ ਆਧਾਰਾਂ 'ਤੇ ਮੌਲਿਕ ਕਰਤੱਵਾਂ ਦੀ ਆਲੋਚਨਾ ਕੀਤੀ ਜਾਂਦੀ ਹੈ, ਪਰ ਮੌਲਿਕ ਕਰਤੱਵਾਂ ਦੀ ਆਪਣੀ ਮਹੱਤਤਾ ਵੀ ਹੈ। ਉਹ ਦੇਖਦੇ ਹਾਂ ਕਿ ਕਿਹੜੇ ਆਧਾਰ 'ਤੇ ਇਹਨਾਂ ਨੂੰ ਮਹੱਤਵਪੂਰਨ ਸਮਝਿਆ ਜਾਂਦਾ ਹੈ। ਸਭ ਤੋਂ ਪਹਿਲਾਂ ਕਿਹਾ ਜਾਂਦਾ ਹੈ ਇੱਕ ਘਾਟ ਦੀ ਪੂਰਤੀ ਇਹਦੇ ਨਾਲ ਹੋਈ ਹੈ। ਜਿਹੜਾ ਸਾਡਾ ਸੰਵਿਧਾਨ ਬਣਿਆ ਸੀ, ਸੰਵਿਧਾਨ ਸਭਾ ਨੇ ਬੜੇ ਜੋਸ਼ੋ ਖਰੋਸ਼ ਦੇ ਨਾਲ ਉਹਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲ 'ਚ ਸ਼ਾਮਲ ਕੀਤੇ ਸੀ, ਉਹਦੇ ਤੋਂ ਵੀ ਜ਼ਿਆਦਾ ਜੋਸ਼ੋ ਖਰੋਸ਼ ਦੇ ਨਾਲ ਮੌਲਿਕ ਅਧਿਕਾਰ ਸ਼ਾਮਲ ਕੀਤੇ ਸੀ। ਪਰੰਤੂ ਨਾਗਰਿਕਾਂ ਨੂੰ ਸਟੇਟ ਲਈ ਕੀ ਕਰਨਾ ਚਾਹੀਦਾ ਹੈ, ਦੇਸ਼ ਲਈ ਕੀ ਕਰਨਾ ਚਾਹੀਦਾ ਹੈ, ਉਹ ਕਿਤੇ ਨਹੀਂ ਸੀ ਮੈਂਸ਼ਨ ਕੀਤਾ ਗਿਆ, ਭਾਵ ਕੋਈ ਡਿਊਟੀਆਂ ਨਹੀਂ ਸੀ ਅਸਾਈਨ ਕੀਤੀਆਂ ਗਈਆਂ। ਇਸ ਲਈ 42 ਅਮੈਂਡਮੈਂਟ ਨੇ ਇਸ ਘਾਟ ਨੂੰ ਅਸੀਂ ਕਹਿ ਸਕਦੇ ਹਾਂ ਕਿ ਪੂਰਾ ਕੀਤਾ ਹੈ। ਮੌਲਿਕ ਕਰਤੱਵਾਂ ਨੂੰ ਵੀ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਹੈ। ਇਸ ਦੀ ਦੂਸਰੀ ਮਹੱਤਤਾ ਹੈ ਕਿ ਇਹ ਨੈਤਿਕ ਸਰੂਪ ਦੇ ਨੇ, ਬੇਸ਼ੱਕ ਕਾਨੂੰਨੀ ਸਰੂਪ ਦੇ ਨੇ ਬਟ ਨੈਤਿਕ ਸਰੂਪ ਦੇ ਨੇ, ਕਿਉਂਕਿ ਜੇ ਕਾਨੂੰਨੀ ਸਰੂਪ 'ਤੇ ਬਣਾਇਆ ਜਾਂਦਾ ਫਿਰ ਉਹਨੂੰ ਬੰਧਨਕਾਰੀ ਬਣਾਉਣਾ ਪੈਣਾ ਸੀ। ਬੰਧਨਕਾਰੀ ਬਣਾਉਣ ਦੇ ਲਈ ਕੋਈ ਸਜ਼ਾਵਾਂ ਨਿਸ਼ਚਿਤ ਕਰਨੀਆਂ ਪੈਣੀਆਂ ਸੀ, ਪਰੰਤੂ ਦੇਸ਼ ਦਾ ਸਭ ਤੋਂ ਉੱਚਾ ਕਾਨੂੰਨ ਹੁੰਦਾ ਹੈ ਸੰਵਿਧਾਨ। ਸੰਵਿਧਾਨ ਦੇ ਵਿੱਚ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਚੰਗੀਆਂ ਨਹੀਂ ਲੱਗਣੀਆਂ ਸੀ, ਇਸ ਲਈ ਜਾਣਬੁੱਝ ਕੇ ਇਹਨਾਂ ਨੂੰ ਨੈਤਿਕ ਸਰੂਪ ਦੇ ਹੀ ਰੱਖਿਆ ਗਿਆ ਹੈ, ਕਾਨੂੰਨੀ ਸਰੂਪ ਨਹੀਂ ਦਿੱਤਾ ਗਿਆ। ਸਰਦਾਰ ਸਵਰਨ ਸਿੰਘ ਕਮੇਟੀ ਨੇ ਤਾਂ ਸਿਫਾਰਿਸ਼ ਕੀਤੀ ਸੀ ਕਿ ਜੇ ਕੋਈ ਇਹਨਾਂ ਕਰਤੱਵਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਹਦੇ ਲਈ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਅਤੇ ਉਹ ਸਜ਼ਾ ਫਿਕਸ ਕਰਨ ਦਾ ਅਧਿਕਾਰ ਪਾਰਲੀਮੈਂਟ ਨੂੰ ਹੋਣਾ ਚਾਹੀਦਾ ਹੈ। ਪਰੰਤੂ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਵਿਚਾਰ ਨੂੰ ਛੱਡ ਦਿੱਤਾ ਗਿਆ। ਤੀਸਰੀ ਮਹੱਤਤਾ ਹੈ ਕਿ ਇਹ ਜ਼ਿੰਮੇਵਾਰ ਨਾਗਰਿਕਤਾ ਨੂੰ ਕ੍ਰੀਏਟ ਕਰਦੇ ਨੇ।
ਇਹ ਸਾਨੂੰ ਅਹਿਸਾਸ ਕਰਾਉਂਦੇ ਨੇ ਕਿ ਇਹ ਸਾਡੀਆਂ ਰਿਸਪੌਂਸਿਬਿਲਿਟੀਜ਼ ਨੇ, ਇਹ ਸਾਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਨੇ। ਅਤੇ ਜ਼ਿੰਮੇਵਾਰ ਨਾਗਰਿਕਤਾ ਪੈਦਾ ਕਰਨ ਦੇ ਲਈ ਅਸੀਂ ਜਾਣਦੇ ਹਾਂ ਕਿ ਦੰਡ ਦੇ ਨਾਲੋਂ ਜਿਹੜਾ ਪ੍ਰਭਾਵ ਹੈ ਉਹ ਜ਼ਿਆਦਾ ਉਸ ਦਾ ਪ੍ਰਭਾਵ ਹੁੰਦਾ ਹੈ, ਅਹਿਸਾਸ ਦਾ ਜ਼ਿਆਦਾ ਪ੍ਰਭਾਵ ਹੁੰਦਾ ਹੈ। ਇਹ ਸਾਨੂੰ ਅਹਿਸਾਸ ਕਰਾਉਂਦੇ ਹਨ ਕਿ ਇਹ ਸਾਡੀਆਂ ਰਿਸਪੌਂਸਿਬਿਲਿਟੀਜ਼ ਹਨ, ਇਹ ਸਾਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਇਸ ਲਈ ਇਹ ਜੇਕਰ ਅਸੀਂ ਇਹਨਾਂ ਨੂੰ ਆਪਣੇ ਮਨ ਦੇ ਵਿੱਚ ਰੱਖਦੇ ਹਾਂ ਤਾਂ ਸਾਨੂੰ ਇਹ ਇੱਕ ਹਰ ਸਮੇਂ ਸੰਦੇਸ਼ ਦਿੰਦਾ ਹੈ ਇਹ ਭਾਗ। ਅਤੇ ਲਾਸਟ 'ਤੇ ਅਸੀਂ ਸਿੱਟਾ ਕੱਢ ਸਕਦੇ ਹਾਂ ਕਿ ਅਧਿਕਾਰ ਅਤੇ ਕਰਤੱਵ ਬਹੁਤ ਮਹੱਤਵਪੂਰਨ ਹੁੰਦੇ ਨੇ। ਇੱਕੋ ਸਿੱਕੇ ਦੇ ਇਹ ਦੋ ਸਾਈਡਾਂ ਇਹਨਾਂ ਨੂੰ ਕਹਿ ਸਕਦੇ ਹਾਂ ਅਸੀਂ। ਇਸ ਲਈ ਜਿੱਥੇ ਸਾਡੇ ਅਧਿਕਾਰ ਸਾਨੂੰ ਦਿੱਤੇ ਨੇ ਸੰਵਿਧਾਨ ਨੇ, ਦੂਸਰੇ ਪਾਸੇ ਇਹ ਕਰਤੱਵ ਨੇ ਜਿਹੜੇ ਉਹ ਵੀ ਸਾਨੂੰ ਅਹਿਸਾਸ ਕਰਵਾਇਆ ਹੈ ਕਿ ਸਾਨੂੰ ਸਾਡੀਆਂ ਕੁਝ ਜ਼ਿੰਮੇਵਾਰੀਆਂ ਵੀ ਹਨ ਨਾਗਰਿਕ ਦੇ ਤੌਰ 'ਤੇ, ਇਹਨਾਂ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ। ਸਾਨੂੰ ਇਹੋ ਜਿਹਾ ਮਾਹੌਲ ਕ੍ਰੀਏਟ ਕਰਨਾ ਚਾਹੀਦਾ ਹੈ ਜਿਹੜਾ ਸੁਤੰਤਰਤਾ, ਸਮਾਨਤਾ, ਭਾਈਚਾਰੇ ਵਾਲਾ ਮਾਹੌਲ ਹੋਵੇ। ਇਹ ਜਾਗਰੂਕਤਾ ਦੀ ਭਾਵਨਾ ਪੈਦਾ ਕਰਦੇ ਹਨ। ਅਤੇ ਲਾਸਟ 'ਤੇ ਅਸੀਂ ਐਨਾਲਿਸਿਸ ਕਰਾਂਗੇ, ਇਸ ਦਾ ਵਿਸ਼ਲੇਸ਼ਣ ਕਰਾਂਗੇ ਕਿ ਇਹਨਾਂ ਦੀ ਕਾਰਜਸ਼ੀਲਤਾ ਕਿਸ ਤਰ੍ਹਾਂ ਦੀ ਹੈ। ਇਹਨਾਂ ਦੀ ਕਾਰਜਸ਼ੀਲਤਾ ਜਿਹੜੀ ਹੈ ਉਹ ਇਕੱਲੇ ਟੈਕਸਟ 'ਤੇ, ਇਕੱਲੀ ਇਬਾਰਤ 'ਤੇ ਨਿਰਭਰ ਨਹੀਂ ਕਰਦੀ। ਇਹ ਦੋ ਚੀਜ਼ਾਂ 'ਤੇ ਮੁੱਖ ਤੌਰ 'ਤੇ ਨਿਰਭਰ ਕਰਦੀ ਹੈ। ਨਾਗਰਿਕਾਂ ਦੇ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਦਾ ਪੱਧਰ ਕੀ ਹੈ, ਸਰਕਾਰ ਦੀ ਨੀਅਤ ਕਿਸ ਤਰ੍ਹਾਂ ਦੀ ਹੈ। ਬੇਸ਼ੱਕ ਇਹ ਕਰਤੱਵ ਸਿਰਫ ਨਾਗਰਿਕਾਂ ਲਈ ਹਨ, ਪਰੰਤੂ ਦੋਨਾਂ ਧਿਰਾਂ 'ਤੇ ਇਹ ਨਿਰਭਰ ਕਰਦੇ ਹਨ। ਇਹ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸ਼ਾਮਲ ਕੀਤੇ ਗਏ ਸੀ। ਜੇ ਆਪਾਂ ਦੋਨਾਂ ਚੀਜ਼ਾਂ ਦੀ, ਨਾਗਰਿਕਾਂ ਅਤੇ ਸਰਕਾਰ ਦੀ ਗੱਲ ਕਰੀਏ, ਜੇ ਅਸੀਂ ਸਰਕਾਰ ਦਾ ਪੱਖ ਦੇਖੀਏ ਤਾਂ ਸਰਕਾਰ ਨੇ ਇਹ ਕੋਈ ਬਹੁਤ ਸਾਫ਼ ਨੀਅਤ ਨਾਲ ਸਾਡੇ ਸੰਵਿਧਾਨ 'ਚ ਸ਼ਾਮਲ ਨਹੀਂ ਸੀ ਕੀਤੇ। ਉਸ ਸਮੇਂ ਦੇ ਮਾਹੌਲ ਨੂੰ ਜੇ ਅਸੀਂ ਵਾਚ ਕਰਦੇ ਹਾਂ, ਜਦੋਂ ਇਹ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੇ ਗਏ ਸੀ ਮੌਲਿਕ ਕਰਤੱਵ, ਤਾਂ 12 ਜੂਨ 1975 ਨੂੰ ਇਲਾਹਾਬਾਦ ਹਾਈ ਕੋਰਟ ਨੇ ਸ਼੍ਰੀਮਤੀ ਇੰਦਰਾ ਗਾਂਧੀ, ਜਿਹੜੀ ਉਸ ਸਮੇਂ ਪ੍ਰਧਾਨ ਮੰਤਰੀ ਸੀ, ਉਹਨਾਂ ਦੀ ਇਲੈਕਸ਼ਨ ਨੂੰ ਅਨਵੈਲਿਡ ਡਿਕਲੇਅਰ ਕਰਤਾ। ਅਤੇ 24 ਜੂਨ ਨੂੰ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਅਤੇ 25 ਜੂਨ 1975 ਨੂੰ ਸਾਰੇ ਦੇਸ਼ ਦੇ ਵਿੱਚ ਐਮਰਜੈਂਸੀ ਲਗਾਤੀ। ਸਾਰਾ ਵਿਰੋਧ, ਹਰ ਤਰ੍ਹਾਂ ਦੀ ਵਿਰੋਧਤਾ 'ਤੇ ਪਾਬੰਦੀ ਲਾਤੀ। ਇਹ ਐਮਰਜੈਂਸੀ ਹੈ ਜਿਹੜੀ ਇਹ 21 ਮਾਰਚ 1977 ਤੱਕ ਲਗਭਗ 2 ਸਾਲ ਦਾ ਸਮਾਂ ਚੱਲਦੀ ਰਹੀ। ਇਸ ਐਮਰਜੈਂਸੀ ਦੇ ਦੌਰਾਨ ਹੀ 42nd ਅਮੈਂਡਮੈਂਟ ਹੁੰਦੀ ਹੈ, 42ਵੀਂ ਸੰਵਿਧਾਨਕ ਸੋਧ ਹੁੰਦੀ ਹੈ। 2 ਨਵੰਬਰ 1976 ਨੂੰ ਲੋਕ ਸਭਾ ਪਾਸ ਕਰਦੀ ਹੈ, 11 ਨਵੰਬਰ ਨੂੰ ਰਾਜ ਸਭਾ ਪਾਸ ਕਰਦੀ ਹੈ ਅਤੇ 18 ਦਸੰਬਰ ਨੂੰ ਰਾਸ਼ਟਰਪਤੀ ਇਸ ਨੂੰ ਆਪਣੀ ਪ੍ਰਵਾਨਗੀ ਦੇ ਦਿੰਦੇ ਨੇ। ਇਸ ਤਰ੍ਹਾਂ ਜਿਹੜੀ ਇਹ ਸੰਵਿਧਾਨਕ ਸੋਧ ਆ ਕੋਈ ਬਹੁਤ ਚੰਗੇ ਸਮੇਂ 'ਤੇ, ਚੰਗੇ ਮਾਹੌਲ 'ਚ ਨਹੀਂ ਸੀ ਕੀਤੀ ਗਈ। ਇਹ ਐਮਰਜੈਂਸੀ ਦੇ ਦੌਰਾਨ ਕੀਤੀ ਗਈ ਸੀ। ਸਰਕਾਰ ਦੀ, ਜਾਂ ਅਸੀਂ ਕਹੀਏ ਪ੍ਰਧਾਨ ਮੰਤਰੀ ਦੀ ਸ਼ਾਖ ਨੂੰ ਬਚਾਉਣ ਦੇ ਲਈ ਕੀਤੀ ਗਈ ਸੀ। ਅਤੇ ਜਿਹੜੀ ਪੂਰੀ ਸੰਵਿਧਾਨਕ ਸੋਧ ਆ, ਜੇ ਇਸ ਨੂੰ ਅਸੀਂ ਦੇਖੀਏ, ਸਭ ਤੋਂ ਵੱਡੀ ਸੰਵਿਧਾਨਕ ਸੋਧ ਆ। ਇਸ ਲਈ ਇਹਨੂੰ ਮਿੰਨੀ ਕੌਂਸਟੀਟਿਊਸ਼ਨ ਆਫ ਇੰਡੀਆ ਵੀ ਕਿਹਾ ਜਾਂਦਾ। ਇਹਦੇ ਵਿੱਚ ਸਰਕਾਰ ਨੇ ਜੋ ਵੰਡ ਕੀਤੀ, ਸੰਵਿਧਾਨ ਨੂੰ ਐਕਸਟੈਂਡ ਕੀਤਾ ਜਾਂ ਚੇਂਜ ਕੀਤਾ, ਉਹ ਇਸ ਤਰੀਕੇ ਨਾਲ ਕੀਤਾ ਵੀ ਆਪਣੀਆਂ ਪਾਵਰਾਂ ਦੇ ਵਿੱਚ ਵਾਧਾ ਕੀਤਾ ਅਤੇ ਨਾਗਰਿਕਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ। ਕਰਤੱਵ ਦੇਣੇ, ਜ਼ਿੰਮੇਵਾਰੀਆਂ ਫਿਕਸ ਕਰਨੀਆਂ ਕੋਈ ਮਾੜੀ ਗੱਲ ਨਹੀਂ, ਪਰੰਤੂ ਜਦੋਂ ਸਰਕਾਰ ਇਸ ਤਰ੍ਹਾਂ ਦੀ ਬਾਂਦਰ ਵੰਡ ਕਰਦੀ ਹੈ ਕਿ ਅਧਿਕਾਰ ਆਪਣੇ ਵਧਾਏ, ਅਧਿਕਾਰ ਕਿਵੇਂ ਵਧਾਏ, ਅਦਾਲਤਾਂ ਦੇ ਅਧਿਕਾਰਾਂ 'ਤੇ ਪਾਬੰਦੀ ਲਾਈ, ਅਦਾਲਤਾਂ ਦੇ ਪਰਕ ਉਤਰੇ, ਵੱਖੋ ਵੱਖਰੀਆਂ ਹੋਰ ਸੰਸਥਾਵਾਂ ਦੇ ਪਰਕ ਉਤਰੇ, ਵੱਧ ਤੋਂ ਵੱਧ ਪਾਵਰ ਕੈਬਨਿਟ ਦੇ ਵਿੱਚ, ਪ੍ਰਧਾਨ ਮੰਤਰੀ ਦੇ ਅਹੁਦੇ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀਆਂ ਪਾਵਰਾਂ ਦੇ ਵਿੱਚ ਵਾਧਾ ਕੀਤਾ। ਉਸੇ ਹੀ ਸੰਵਿਧਾਨਕ ਸੋਧ ਦੇ ਨਾਲ ਨਾਗਰਿਕਾਂ ਨੂੰ ਮੌਲਿਕ ਕਰਤੱਵ ਸੌਂਪੇ। ਇਸ ਲਈ ਇਹ ਬਹੁਤ ਵਧੀਆ ਮਾਹੌਲ ਦੇ ਵਿੱਚ ਫੈਸਲਾ ਨਹੀਂ ਸੀ ਕੀਤਾ ਗਿਆ। ਅਤੇ ਦੂਸਰਾ, ਇਹ ਡਿਪੈਂਡ ਕਰਦਾ ਹੈ ਕਿ ਸਰਕਾਰ ਦੀ ਨੀਅਤ ਹੁਣ ਕਿਸ ਤਰ੍ਹਾਂ ਦੀ ਹੈ। ਸਰਕਾਰ ਚੰਗੀ ਨੀਅਤ ਨਾਲ ਜੇ ਇਹਨਾਂ ਮੌਲਿਕ ਕਰਤੱਵਾਂ 'ਤੇ ਪਹਿਰਾ ਦਿੰਦੀ ਹੈ ਤਾਂ ਨਾਗਰਿਕਾਂ ਨੂੰ ਚੰਗਾ ਸੰਦੇਸ਼ ਦੇ ਸਕਦੀ ਹੈ। ਨਾਗਰਿਕ ਸਾਰੇ ਮੌਲਿਕ ਕਰਤੱਵਾਂ ਦੀ ਪਾਲਣਾ ਕਰਦੇ ਹੋਏ ਇੱਕ ਵਧੀਆ ਰਾਸ਼ਟਰ ਦਾ ਨਿਰਮਾਣ ਕਰ ਸਕਦੇ ਹਨ। ਦੂਜੇ ਪਾਸੇ ਜੇ ਸਰਕਾਰ ਦੀ ਨੀਅਤ ਖਰਾਬ ਹੋਵੇ ਤਾਂ ਇਹਨਾਂ ਕਰਤੱਵਾਂ ਦੇ ਨਾਮ ਥੱਲੇ ਤਾਨਾਸ਼ਾਹੀ ਕਾਨੂੰਨ ਵੀ ਬਣਾ ਸਕਦੀ ਹੈ। ਨਾਗਰਿਕਾਂ ਨੇ, ਜਿਹੜੀ ਭਾਰਤੀ ਲੋਕਾਂ ਨੇ ਲੰਬੇ ਸੰਘਰਸ਼ ਤੋਂ ਬਾਅਦ ਆਜ਼ਾਦੀ ਪ੍ਰਾਪਤ ਕੀਤੀ ਸੀ, ਉਸ ਨੂੰ ਤਾਰ-ਤਾਰ ਵੀ ਕਰ ਸਕਦੀ ਹੈ। ਇਸ ਲਈ ਇਹ ਦੋਨਾਂ ਚੀਜ਼ਾਂ 'ਤੇ ਨਿਰਭਰ ਕਰਦੀ ਹੈ। ਨਾਗਰਿਕ ਕਿੰਨੇ ਕੁ ਰਿਸਪੌਂਸੀਬਲ ਨੇ, ਸਰਕਾਰ ਦੀ ਨੀਅਤ ਕਿਸ ਤਰ੍ਹਾਂ ਦੀ ਹੈ, ਉਹੀ ਤੈਅ ਕਰਨਗੇ ਕਿ ਜਿਹੜੇ ਸਾਡੇ
ਇਹ ਮੌਲਿਕ ਕਰਤੱਵ ਨੇ ਉਹਨਾਂ ਦਾ ਸਾਡੀ ਐਕਚੁਅਲ ਲਾਈਫ ਦੇ ਉੱਪਰ, ਸਾਡੀ ਨੈਸ਼ਨਲ ਲਾਈਫ ਦੇ ਉੱਪਰ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।